काती परणवत नानक हुकम पछाणै सुख होवै दिन राति जे सौ चंदा उगवै सूरज चढ़ै हजार एते चानण हुंदियां गुर बिन घोर अंधार ज्यों बुलावैं त्यों बोलां सुआमी कुदरत कवण हमारी साध संग नानक जस गायो जो प्रभ की अत प्यारी। जुगो जुग अटल चवर छतर तखत दे मालक गुरता गद्दी ते बिराजमान सुभाएमान शुभनीक दसां पातशाहियां दी जोत धन धन साहिब श्री गुरु ग्रंथ साहिब महाराज सच्चे पातशाह जी जिन्हां दी पावन पवित्र हजूरी विच अंमृत वेले तो धन धन साहिब श्री गुरु तेग बहादुर महाराज सच्चे पातशाह जी तेग बहादुर सिमरिया कर नौ निध आवें ताए सब थाई होई सहाय। साहिब श्री गुरु तेग बहादुर महाराज जी दे पावन पवित्र अस्थान ते अंमृत वेले तो आप जी हाजरियां भरदे हो। महाराज जी दी पावन पवित्र बाणी नूं अंमृत वेले तो आप जी क्या ने सरवण कीता। भाई साहब जी ने आसा जी दी वार दे कीर्तन आप सरबासा संग जी नूं सरवण कराए ने। उस तो बाद भाई साहब जी ने अज दा जो पावन पवित्र शब्द है जिस दी आपां सारियां विचार करनी है भाई साहब जी पासों सरवण कीता। सारियां तो पहला दोवें हथ जोड़ो अदब ते सत्कार नाल साहिब श्री गुरु ग्रंथ साहिब महाराज जी नूं अपना सीस निवाइए रसना नूं पवित्र करदियां होइयां आखो जी वाहिगुरु जी का वाहिगुरु जी की फतेह। धन धन साहिब श्री गुरु ग्रंथ साहिब महाराज सच्चे पातशाह जी जिन्हां दी पावन पवित्र बाणी राग आसा शहीदां दे सरताज धन धन साहिब श्री गुरु अर्जन देव महाराज सच्चे पातशाह जी जिन्हां दे पावन पवित्र मुखार बिंद विचों ये पावन पवित्र शब्द महाराज जी ने उच्चारण कीते। महाराज जी ये शब्द दे अंदर बहुत प्यारे सिद्धांत देंदे ने। भावें इस शब्द दियां पंक्तियां चार ने पर गुरमुख प्यारिओ रस बड़ा। महाराज जी ने इस शब्द दे अंदर महाराज सच्चे पातशाह कहते ने हे मनुख तेरे सामने संसार दे दो पक्ष ने।
ਇੱਕ ਪੱਖ ਹੈ ਸੰਸਾਰ ਵਾਲਾ, ਜਿਸ ਪੱਖ ਨਾਲ ਤੂੰ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ ਤੇ ਕਹਿਣਾ ਵੀ ਮੈਨੂੰ ਸੁੱਖ ਚਾਹੀਦੇ ਨੇ, ਭੱਜ ਨੱਠ ਹੈ। ਦੂਸਰਾ ਪੱਖ ਹੈ ਨਿਰੰਕਾਰ ਵਾਲਾ, ਰੱਬ ਵਾਲਾ, ਗੁਰੂ ਵਾਲਾ। ਮਹਾਰਾਜ ਜੀ ਨੇ ਕਿਹਾ ਇਹਦੇ ਵਿੱਚ ਭਾਵੇਂ ਨੱਠ ਭੱਜ ਨਹੀਂ, ਪਰ ਸਕੂਨ ਬੜਾ। ਕੱਲਾ ਸਕੂਨ ਨਹੀਂ, ਕਹਿਣ ਲੱਗੇ ਇਹਦੇ ਵਿੱਚ ਲੋਕ ਤੇ ਪਰਲੋਕ ਸਬਰ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਣ ਲੱਗੇ ਇਹ ਵੀ ਸਮਝਾਇਆ ਹੈ, ਮਨੁੱਖ ਜਿਹੜੇ ਤੇਰੇ ਸਰੀਰ ਦੇ ਇੰਦਰੇ ਨੇ ਇਹ ਤੇਰੇ ਮਨ ਦੇ ਵਸ ਦੇ ਵਿੱਚ ਨੇ। ਸਾਡਾ ਮਨ ਇਹਨਾਂ ਇੰਦਰੀਆਂ ਦੇ ਉੱਤੇ ਆਪਣਾ ਪੂਰਾ ਜ਼ੋਰ ਜਮਾਈ ਖਲੋਤਾ ਹੈ। ਇਸ ਤਰ੍ਹਾਂ ਕਹੀਏ, ਜਿਸ ਤਰ੍ਹਾਂ ਸਾਡਾ ਮਨ ਕਰਦਾ ਇਹ ਇੰਦਰੇ ਉਸ ਤਰ੍ਹਾਂ ਹੀ ਉਹਦਾ ਪਾਣੀ ਭਰਦੇ ਨੇ। ਪਰ ਮਹਾਰਾਜ ਜੀ ਨੇ ਕਿਹਾ ਸੀ, ਜੇ ਇਹਨਾਂ ਇੰਦਰੀਆਂ ਤੇ, ਜੇ ਤੇਰੀ ਰਸਨਾ ਤੇ ਤੇਰੀ ਅੱਖਾਂ ਦੇ ਉੱਤੇ, ਤੇ ਸਾਰਿਆਂ ਤੋਂ ਵੱਡਾ ਹੁੰਦਾ ਸਾਡੀ ਮੱਤ। ਜੇ ਮੱਤ ਦੇ ਉੱਤੇ ਗੁਰੂ ਦਾ ਕਬਜ਼ਾ ਹੋ ਜਾਏਗਾ, ਗੁਰੂ ਨੂੰ ਤੂੰ ਮੱਤ ਅਰਪਣ ਕਰ ਦੇਂਗਾ, ਫਿਰ ਉਹ ਮੱਤ ਗੁਰੂ ਵਾਲੀ ਹੈ। ਤੇ ਜਦੋਂ ਤੂੰ ਆਤਮ ਸਮਰਪਣ ਕਰ ਦਿੱਤਾ, ਫਿਰ ਕਹਿਣ ਲੱਗੇ ਸੰਸਾਰ ਦੇ ਉੱਤੇ ਤਾਂ ਤੈਨੂੰ ਮਾਨ ਸਨਮਾਨ ਮਿਲੇਗਾ, ਉਸ ਰੱਬ ਦੀ ਦਰਗਾਹ ਦੇ ਵਿੱਚ ਵੀ ਪਰਮਾਤਮਾ ਤੇਰੀ ਬਾਂਹ ਪਕੜੇਗਾ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਦਾਤਾ ਰਹਿਮਤ ਕਰਦੇ ਨੇ। ਮਹਾਰਾਜ ਜੀ ਨੇ ਸ਼ਬਦ ਦੀ ਆਰੰਭਤਾ ਕੀਤੀ ਹੈ, ਗੁਰੈ ਦਿਖਾਇਓ ਲੋਏ ਨਾ। ਵੈਸੇ ਇਹਦੇ ਅਖਰੀ ਅਰਥ ਤੇ ਇਹ ਹੀ ਨੇ ਕਿ ਗੁਰੂ ਨੇ ਕਿਰਪਾ ਕੀਤੀ ਹੈ। ਮਹਾਰਾਜ ਜੀ ਕਹਿਣ ਲੱਗੇ ਗੁਰੂ ਨੇ ਜਦੋਂ ਕਿਰਪਾ ਕੀਤੀ ਤੇ ਇਹਨਾਂ ਨੇਤਰਾਂ ਦੇ ਨਾਲ ਰੱਬ ਦੇ ਦਰਸ਼ਨ ਹੋਏ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨੇ ਕਿਵੇਂ ਕਿਰਪਾ ਕੀਤੀ ਹੈ? ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਸ ਦਿਨ ਭਾਈ ਲਹਿਣਾ ਸਨ, ਬੜੀਆਂ ਯਾਤਰਾਵਾਂ ਕੀਤੀਆਂ, ਪਰ ਜ਼ਿੰਦਗੀ ਦੇ ਵਿੱਚ ਚੈਨ ਨਹੀਂ, ਜ਼ਿੰਦਗੀ ਦੇ ਵਿੱਚ ਸੁੱਖ ਨਹੀਂ। ਪਰ ਮਹਾਰਾਜ ਜੀ ਦੀ ਰਹਿਮਤ ਹੋਈ, ਗੁਰੂ ਦੀ ਦ੍ਰਿਸ਼ਟੀ ਪੈ ਗਈ, ਨਜ਼ਰ ਪੈ ਗਈ। ਲੋਇਣ ਦਾ ਅਖਰੀ ਅਰਥ ਅੱਖਾਂ ਹੀ ਨੇ। ਮਹਾਰਾਜ ਜੀ ਨੇ ਜਿਸ ਦਿਨ ਨਦਰ ਇਨਾਇਤ ਕਰ ਦਿੱਤੀ ਤੇ ਗੁਰਮੁਖ ਪਿਆਰਿਓ ਉਦਨ ਭਾਈ ਲਹਿਣਾ ਨਹੀਂ ਰਹੇ। ਉਸ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਣ ਗਏ। ਗੁਰ ਤਾਂ ਗੱਦੀ ਤੇ ਬਿਰਾਜਮਾਨ ਹੋ ਗਏ ਨੇ। ਕਹਿਣ ਲੱਗੇ ਦਾਤਿਆ, ਮਹਾਰਾਜ ਜੀ ਬਾਬਾ ਅਮਰਦਾਸ ਹੈ। ਬਾਬੇ ਅਮਰਦਾਸ ਦੀ ਆਯੂ ਉਮਰ 60 ਸਾਲ ਦੀ ਹੋ ਗਈ ਹੈ। 60 ਸਾਲ ਦੇ ਵਿੱਚ ਆਪਣੀ ਜ਼ਿੰਦਗੀ ਜਿਹੜੀ ਸੰਸਾਰ ਵਾਲੀ ਪੈ ਜੀਵਦੇ ਨੇ, ਬੜਾ ਚੰਗਾ ਜੀਵਨ ਸੀ ਬਾਬੇ ਅਮਰਦਾਸ ਦਾ। ਧਾਰਮਿਕ ਜਿਹੜੇ ਕੰਮ ਨੇ ਬਾਬਾ ਅਮਰਦਾਸ ਸਾਰੇ ਕਰਦੇ ਨੇ, ਪਰ ਮਨ ਦੇ ਅੰਦਰ ਚਾਹੇ ਨਹੀਂ, ਗੁਰੂ ਦੀ ਕਿਰਪਾ ਨਹੀਂ। ਕਹਿਣ ਲੱਗੇ ਜਿਸ ਦਿਨ ਗੁਰੂ ਦੀ ਹੋਈ ਕਿਰਪਾ, ਗੁਰੂ ਵਾਲੇ ਬਣ ਗਏ। ਤੇ ਅੱਜ ਇਸ ਰਸਨਾ ਦੇ ਵਿੱਚੋਂ ਜਿਹੜੇ ਸ਼ਬਦ ਨਿਕਲੇ ਨੇ, ਇਹੋ ਕਿਹਾ ਸੀ। ਕਹਿਣ ਲੱਗੇ ਕਿਸੇ ਨੇ ਕਹਿ ਦਿੱਤਾ ਇਹ ਕੌਣ ਹੈ? ਤੇ ਉਹਨੇ ਕਿਹਾ ਸੀ ਕੌਣ ਹੋਏਗਾ? ਹੋਏਗਾ ਅੰਬਰੂ ਨਿਥਾਵਾਂ, ਜਿਹੜਾ ਆਪਣੇ ਬਜ਼ੁਰਗੀ ਦੇ ਹੱਡ ਰੋਲਦਾ ਫਿਰਦਾ ਤੇ ਸਿਰਫ ਆਪਣੇ ਕੁੜਮਾਂ ਦੀ ਚਾਕਰੀ ਕਰਦਾ ਫਿਰਦਾ ਦੋ ਪ੍ਰਸ਼ਾਦਿਆਂ ਤੇ ਇਸ ਮਨ ਦੇ ਵਿੱਚੋਂ ਆਵਾਜ਼ ਆਈ, ਇਸ ਰਸਨਾ ਤੋਂ ਜਿਸ ਦਿਨ ਇਹ ਬਚਨ ਕਹੇ ਚੱਲੀਏ, ਮੇਰੇ ਸਿਰ ਦੇ ਉੱਤੇ ਦੀਨ ਦੁਨੀਆ ਦਾ ਮਾਲਕ ਹੈ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਸਾਂ ਮੈਂ ਜਦੋਂ ਗੁਰੂ ਵਾਲਾ ਨਹੀਂ, ਅੱਜ ਮੈਂ ਗੁਰੂ ਵਾਲਾ ਵਾਂ। ਗੁਰਮੁਖ ਪਿਆਰਿਓ ਉਹ ਬਚਨ ਸੱਤ ਹੋ ਗਏ। ਤੇ ਕਹਿਣ ਲੱਗੇ ਜਿਨ੍ਹਾਂ ਨੂੰ ਲੋਕ ਨਿਥਾਵਾਂ ਕਹਿੰਦੇ ਸਨ, ਜਿਨ੍ਹਾਂ ਨੂੰ ਲੋਕ ਕਹਿੰਦੇ ਸਨ ਆਪਣੇ ਹੱਡ ਪਿਆ ਰੋਲਦਾ ਬਜ਼ੁਰਗੀ ਦੇ, ਅੱਜ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਣ ਗਏ ਨੇ।
ਤੇ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋ ਗਏ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਦਾਤਿਆ ਭੱਟਾ ਨੇ ਵੀ ਕਹਿ ਦਿੱਤਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਦੇ ਵਾਸਤੇ ਤੁਸੀਂ ਘਰ ਬੈਠਿਆਂ ਵੀ ਅਰਦਾਸ ਕਰਦੇ ਹੋ, ਦਰਬਾਰ ਸਾਹਿਬ ਜਾਂਦੇ ਹੋ ਉੱਥੇ ਵੀ ਅਰਦਾਸ ਕਰਦੇ ਹੋ, ਤੇ ਘਰ ਬਹਿ ਕੇ ਵੀ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੇ ਹੋ ਨਾ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਥਾਜ। ਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਹੈ। ਭਾਈ ਜੇਠੇ ਨੇ ਸੇਵਾ ਕੀਤੀ ਹੈ, ਜਿਹਨੂੰ ਲੋਕ ਯਤੀਮ ਕਹਿੰਦੇ ਸਨ, ਜਿਨ੍ਹਾਂ ਨੂੰ ਕਹਿਣ ਲੱਗੇ ਮਾਵਾਂ ਖੇਡਣ ਨਾਲੋਂ ਬੱਚਿਆਂ ਨੂੰ ਰੋਕਦੀਆਂ ਸਨ, ਪੁੱਤਰ ਇਸ ਬੱਚੇ ਨਾਲ ਨਾ ਖੇਡੀ। ਮਾਂ ਕਿਉਂ? ਕਹਿਣ ਲੱਗੇ ਇਹ ਬੱਚਾ ਯਤੀਮ ਹੈ। ਜਦੋਂ ਦਾ ਬੱਚੇ ਦਾ ਜਨਮ ਹੋਇਆ, ਇਹਦੀ ਮਾਂ ਇਹਦੇ ਸਿਰ ਦੇ ਉੱਤੋਂ ਸਾਇਆ ਮਾਂ ਦਾ ਉੱਠ ਗਿਆ। ਕਹਿਣ ਲੱਗੇ ਇਸ ਬੱਚੇ ਦੇ ਸਿਰ ਦੇ ਉੱਤੋਂ ਪਿਓ ਦਾ ਸਾਇਆ ਉੱਠ ਗਿਆ, ਇਹ ਬੱਚੇ ਦੇ ਕਰਮ ਚੰਗੇ ਨਹੀਂ। ਮਾਂ ਕਹਿਣ ਲੱਗੇ ਸੁਭਾਅ ਚੰਗਾ, ਤੇ ਬੱਚੇ ਨੇ ਕਹਿਣ ਲੱਗੇ, ਮਾਂ ਨੇ ਕਹਿਣਾ ਪੁੱਤਰ ਸੁਭਾਅ ਨੂੰ ਕੀ ਹੈ, ਬੱਚਾ ਠੀਕ ਨਹੀਂ, ਇਹ ਭਾਈ ਜੇਠਾ ਠੀਕ ਨਹੀਂ। ਪਰ ਦੁਨੀਆ ਦੇ ਲੋਕੋ ਜਿਸ ਦਿਨ ਨਦਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਪੈ ਗਈ ਹੈ, ਕਹਿਣ ਲੱਗੇ ਉਹ ਭਾਈ ਜੇਠਾ ਜਿਹਨੂੰ ਲੋਕ ਯਤੀਮ ਕਹਿੰਦੇ ਸਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਦਾਤਾ ਬਣ ਗਏ ਨੇ। ਗੁਰੂ ਦੀ ਏਡੀ ਵੱਡੀ ਕਿਰਪਾ ਹੈ। ਕੱਲੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੀ ਕਿਰਪਾ ਮਹਾਰਾਜ ਜੀ ਭਾਈ ਲਹਿਣੇ ਤੇ ਬਾਬੇ ਅਮਰਦਾਸ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੇ ਨਹੀਂ। ਕਹਿਣ ਲੱਗੇ ਅੱਗੇ ਸਮਾਂ ਆ ਗਿਆ ਮਹਾਰਾਜ ਜੀ ਸਿੱਖਾਂ ਦਾ, ਜਿਨ੍ਹਾਂ ਉੱਤੇ ਗੁਰੂ ਦੀ ਨਜ਼ਰ ਪੈ ਜਾਂਦੀ ਹੈ, ਗੁਰਮੁਖ ਪਿਆਰਿਓ ਉਹਨਾਂ ਦਾ ਜੀਵਨ ਸਬਰ ਜਾਂਦਾ। ਮਹਾਰਾਜ ਜੀ ਨੇ ਤੇ ਬਚਨ ਕੀਤੇ ਨੇ, ਲੋਹੋ ਹੋਇਓ ਲਾਲ ਨਦਰ ਜਦ ਸਤਿਗੁਰ ਧਾਰੈ। ਕਹਿਣ ਲੱਗੇ ਹੇ ਮਨੁੱਖ, ਗੁਰੂ ਦੀ ਜੇ ਨਦਰ ਇਨਾਇਤ ਹੋ ਗਈ ਤੇ ਤੇਰਾ ਜੀਵਨ ਭਾਵੇਂ ਲੋਹੇ ਵਾਂਗੂ ਔਗਣਾ ਨਾਲ ਭਰਿਆ ਹੋਏਗਾ, ਤੇਰਾ ਜੀਵਨ ਇਉਂ ਕੰਚਨ ਹੋ ਜਾਏਗਾ। ਜੇ ਆਪਾਂ ਸਾਰੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਸ ਅਸਥਾਨ ਤੇ ਅੰਮ੍ਰਿਤ ਵੇਲੇ ਤੋਂ ਆਪ ਜੀ ਸੇਵਾ ਕਰਦੇ ਹੋ, ਬਾਣੀ ਪੜ੍ਹਦੇ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠਦੇ ਹੋ, ਤੇ ਕਾਰਨ ਇੱਕੋ ਹੀ ਹੈ, ਦਾਤਿਆ ਉਹ ਦਿਨ ਕਦੋਂ ਆਏਗਾ ਜਦੋਂ ਮਹਾਰਾਜ ਜੀ ਤੁਹਾਡੀ ਨਦਰ ਇਨਾਇਤ ਸਾਡੇ ਤੇ ਹੋਏਗੀ। ਜਦੋਂ ਦਾਤਿਆ ਤੂੰ ਸਾਡੇ ਤੇ ਨਦਰ ਮਾਰੇਂਗਾ, ਜਦੋਂ ਦਾਤਿਆ ਤੂੰ ਸਾਡੇ ਵੱਲ ਤੱਕੇਂਗਾ, ਤੇ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਜੀਵਨ ਮਹਾਨ ਹੋ ਜਾਏਗਾ। ਉਹ ਨਦਰ ਅੱਜ ਪੈ ਜਾਏ, ਨਦਰ ਕੱਲ ਪੈ ਜਾਏ, 10 ਦਿਨਾਂ ਨੂੰ ਪਏ, 10 ਮਹੀਨਿਆਂ ਨੂੰ, 10 ਸਾਲ ਵੀ ਲੱਗ ਸਕਦੇ ਨੇ, ਪਰ ਮਹਾਰਾਜ ਜੀ ਤੁਹਾਡੀ ਨਦਰ ਜਿਸ ਦਿਨ ਪੈ ਗਈ ਨਾ, ਮਹਾਰਾਜ ਜੀ ਇਹ ਜਨਮ ਜਿਹੜਾ ਇਹ ਮਹਾਨ ਹੋ ਜਾਏਗਾ। ਮਹਾਰਾਜ ਜੀ ਨੇ ਕਿਹਾ ਗੁਰੂ ਤੋਂ ਬਿਨਾ ਮਨੁੱਖ ਦਾ ਜੀਵਨ ਕਿਹੋ ਜਿਹਾ। ਕਹਿਣ ਲੱਗੇ ਅੱਜ ਇਹ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ, ਜਿਨ੍ਹਾਂ ਦਾ ਨਾਂ ਕਦੀ ਲਛਮਣ ਦਾਸ ਹੋਇਆ, ਜਿਨ੍ਹਾਂ ਦਾ ਨਾਂ ਕਦੀ ਬੰਦਾ ਬੈਰਾਗੀ ਹੋਇਆ, ਭਟਕਦਾ ਫਿਰਦਾ ਜੰਗਲਾਂ ਦੇ ਵਿੱਚ। ਕਹਿਣ ਲੱਗੇ ਮਨ ਨੂੰ ਕਿਤੇ ਸ਼ਾਂਤੀ ਨਹੀਂ, ਤੇ ਕਹਿੰਦੇ ਨੇ ਅੱਜ ਇੱਕ ਗੁਰੂ ਦਾ ਮਿਲਾਪ ਹੋ ਗਿਆ। ਕਹਿੰਦੇ ਨੇ ਕੋਲ ਸ਼ਕਤੀਆਂ ਆ ਗਈਆਂ ਨੇ, ਪਰ ਸ਼ਕਤੀਆਂ ਨੂੰ ਵੀ ਕਿਸ ਪਾਸੇ ਵਰਤਦਾ, ਜਿਹੜਾ ਕੋਈ ਰੱਬ ਦਾ ਰਸੀਆ ਹੁੰਦਾ, ਰੱਬ ਦਾ ਨਾਂ ਲੈਣ ਵਾਲਾ ਹੁੰਦਾ, ਉਹਨੂੰ ਪਹਿਲਾਂ ਸਨਮਾਨ ਦੇ ਕੇ ਤਖਤ ਤੇ ਬਿਠਾਲਦਾ, ਸ਼ਕਤੀ ਦੇ ਨਾਲ ਉਸ ਤਖਤ ਨੂੰ ਉਲਟਾ ਦੇਣਾ, ਤੇ ਚੇਲਿਆਂ ਨੇ ਬਾਅਦ ਦੇ ਵਿੱਚ ਤਾੜੀ ਮਾਰ ਕੇ ਹੱਸ ਪੈਣਾ, ਮਖੌਲ ਬਣਾ ਲੈਣਾ। ਕਹਿਣ ਲੱਗੇ ਵੇਖੋ ਇਹ ਥੱਲੇ ਡਿੱਗਾ ਪਿਆ, ਇਹ ਇਸ ਕਹਿਣ ਲੱਗੇ
ਬਾਬਾ ਬੰਦਾ ਸਿੰਘ ਬਹਾਦਰ ਇਸ ਵੈਰਾਗੀ ਦਾ ਕੰਮ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਸ ਦਿਨ ਨਾਂਦੇੜ ਦੀ ਧਰਤੀ ਨੂੰ ਜਾਂਦੇ ਨੇ, ਸਭ ਤੋਂ ਪਹਿਲਾਂ ਮਹਾਰਾਜ ਜੀ ਇਸ ਵੈਰਾਗੀ ਦੇ ਇਸ ਡੇਰੇ ਦੇ ਵਿੱਚ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਤਖਤ ਤੇ ਜਾ ਕੇ ਬਹਿ ਗਏ ਨੇ, ਜਿੱਥੇ ਹੋਰ ਵੀ ਮਹਾਤਮਾ ਬਹਿੰਦੇ ਸਨ, ਜਿੱਥੇ ਹੋਰ ਵੀ ਰੱਬ ਦੇ ਕੋਈ ਪੁੱਗੇ ਬਹਿੰਦੇ ਸਨ। ਮੇਰਾ ਦਾਤਾ ਉੱਥੇ ਜਾ ਕੇ ਬਹਿ ਗਏ ਨੇ। ਕਹਿਣ ਲੱਗੇ ਚੇਲਿਆਂ ਨੇ ਜ਼ੋਰ ਲਾਇਆ। ਕਹਿਣ ਲੱਗੇ ਉਸ ਤੋਂ ਬਾਅਦ ਜਾ ਕੇ ਬੰਦੇ ਬੈਰਾਗੀ ਨੂੰ ਕਿਹਾ, ਕਿਤੇ ਬਾਹਰ ਗਿਆ ਹੋਇਆ ਸੀ ਡੇਰੇ ਤੋਂ, ਇੱਕਦਮ ਆਇਆ। ਮਹਾਰਾਜ ਸੱਚੇ ਪਾਤਸ਼ਾਹ ਦਾਤੇ ਦੇ ਚਰਨਾਂ ਦੇ ਉੱਤੇ ਆ ਕਰਕੇ ਨਤਮਸਤਕ ਹੋਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ, ਤੇਰਾ ਨਾਂ ਕੀ ਹੈ? ਵੇਖੋ ਗੁਰੂ ਦੀ ਨਜ਼ਰ ਕਿੱਡੀ ਵੱਡੀ ਹੈ। ਅੱਜ ਇਹ ਨਹੀਂ ਕਿਹਾ ਮੇਰਾ ਨਾਂ ਲਛਮਣ ਦਾਸ ਹੈ, ਅੱਜ ਇਹ ਨਹੀਂ ਕਿਹਾ ਮੇਰਾ ਨਾਮ ਬੰਦਾ, ਕਹਿਣ ਲੱਗੇ ਬੈਰਾਗੀ ਹੈ। ਇੱਕੋ ਗੱਲ ਕਹੀ ਸੀ, ਦਾਤਿਆ ਮੈਂ ਬੰਦਾ ਵਾਂ, ਤੇ ਮਹਾਰਾਜ ਜੀ ਨੇ ਕਿਹਾ ਕਿੰਦਾ? ਕਹਿਣ ਲੱਗੇ ਤੁਹਾਡਾ ਵਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤੇ ਕਹਿਣ ਲੱਗੇ ਅੰਮ੍ਰਿਤ ਦੀ ਦਾਤ ਲਈ ਹੈ। ਗੁਰਮੁਖ ਪਿਆਰਿਓ, ਗੁਰੂ ਵਾਲਾ ਬਣਨਾ ਕਿੱਡਾ ਮਹਾਨ ਹੈ। ਕਹਿਣ ਲੱਗੇ ਅੱਜ ਇਹ ਲਛਮਣ ਦਾਸ ਵੀ ਇਹਦਾ ਖਤਮ ਹੋ ਗਿਆ, ਅੱਜ ਬੈਰਾਗੀ ਵੀ ਇਹਦਾ ਖਤਮ ਹੋ ਗਿਆ, ਤੇ ਅੱਜ ਇਹ ਬੰਦਾ ਸਿੰਘ ਬਹਾਦਰ ਬਣ ਗਿਆ, ਕਿਉਂਕਿ ਗੁਰੂ ਦੀ ਨਜ਼ਰ ਪੈ ਗਈ ਹੈ। ਗੁਰੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਹੈ ਤੇ ਗੁਰਮੁਖ ਪਿਆਰਿਓ, ਉਹ ਬੰਦਾ ਸਿੰਘ ਬਹਾਦਰ ਹੈ ਜਿਨਨੇ ਪੰਜਾਬ ਨੂੰ ਸਰ ਕਰ ਦਿੱਤਾ, ਜਿਨਨੇ ਪੰਜਾਬ ਦੇ ਕਾਨੂੰਨ ਬਣਾ ਦਿੱਤੇ ਨੇ। ਇਹ ਖੇਤੀ ਕਾਨੂੰਨਾਂ ਦੀ ਤੁਸੀਂ ਗੱਲ ਕਰਦੇ ਹੋ, ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਬਣਾਏ ਹੋਏ ਨੇ। ਕਹਿਣ ਲੱਗੇ ਦਾਤਿਆ ਉਸ ਹਕੂਮਤ ਨੂੰ ਜਿਹੜੀ ਨਸ਼ੇ ਦੇ ਵਿੱਚ ਚੂਰ ਸੀ, ਜਿੰਦੇ ਸਾਹਮਣੇ ਕੋਈ ਵੀ ਆਵਾਜ਼ ਬੁਲੰਦ ਨਹੀਂ ਕਰ ਸਕਦਾ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ। ਇਹ ਗੁਰੂ ਦੀ ਕਿਰਪਾ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਣ ਲੱਗੇ ਕਿ ਦਾਤਿਆ ਜਦੋਂ ਗੁਰੂ ਦੀ ਰਹਿਮਤ ਹੋ ਜਾਂਦੀ ਹੈ, ਇੱਕ ਮੈਂ ਬਚਨ ਹੋਰ ਕਰਦੇ ਆ, ਜਦੋਂ ਆਪ ਜੀ ਅੰਮ੍ਰਿਤ ਦੀ ਦਾਤ ਛਕਦੇ ਹੋ, ਅੰਮ੍ਰਿਤ ਜਦੋਂ ਆਪ ਜੀ ਕਹਿਣ ਲੱਗੇ ਛਕਦੇ ਹੋ, ਤੇ ਸਾਰਿਆਂ ਤੋਂ ਪਹਿਲਾਂ ਅੰਮ੍ਰਿਤ ਸਾਨੂੰ ਚੂਲੇ ਦੇ ਵਿੱਚ ਪਵਾਇਆ ਜਾਂਦਾ। ਕਹਿਣ ਲੱਗੇ ਜਦੋਂ ਅਸੀਂ ਅੰਮ੍ਰਿਤ ਨੂੰ ਪੀਤਾ ਤੇ ਪਤਾ ਹੁੰਦਾ ਮੈਨਾ ਕੀ ਹੁੰਦਾ। ਮਹਾਰਾਜ ਜੀ ਨੇ ਕਿਹਾ ਇਹ ਤੇਰੀ ਜ਼ਬਾਨ ਨਹੀਂ, ਇਹ ਹੁਣ ਰਸਨਾ ਬਣ ਗਈ ਹੈ। ਰਸਨਾ ਗੁਣ ਗੋਪਾਲ ਨਿਤ ਗਾਇਣ। ਕਹਿਣ ਲੱਗੇ ਹਮੇਸ਼ਾ ਗੁਰੂ ਦੀ ਗੱਲ ਕਰੀ ਜੇ, ਇਸ ਜ਼ਬਾਨ ਨਾਲ ਕੂੜ ਨਾ ਤੋਲੀ ਜੇ, ਇਸ ਜ਼ਬਾਨ ਨਾਲ ਕੋਈ ਕਿਸੇ ਨੂੰ ਮਾੜਾ ਬਚਨ ਨਾ ਬੋਲੀ ਜੇ। ਇਹ ਹੁਣ ਜ਼ਬਾਨ ਤੇਰੀ ਨਹੀਂ ਰਹੀ, ਇਹ ਜ਼ਬਾਨ ਹੁਣ ਗੁਰੂ ਦੀ ਹੋ ਗਈ ਹੈ। ਤੇ ਉਸ ਤੋਂ ਬਾਅਦ ਅੱਖਾਂ ਦੇ ਵਿੱਚ ਛੱਟੇ ਮਾਰੇ ਜਾਂਦੇ ਨੇ। ਅੱਖਾਂ ਦਾ ਕੀ ਕਾਰਨ ਹੈ? ਗੁਰਮੁਖ ਪਿਆਰਿਓ, ਮਹਾਰਾਜ ਜੀ ਨੇ ਕਿਹਾ ਸੀ ਇਹ ਤੇਰੀਆਂ ਅੱਖਾਂ ਅੱਖਾਂ ਨਹੀਂ, ਇਹ ਨੇਤਰ ਬਣ ਗਏ ਨੇ। ਇਹਨਾਂ ਅੱਖਾਂ ਦੇ ਨਾਲ ਕਹਿਣ ਲੱਗੇ ਸਾਰੀ ਲੋਕਾਈ ਨੂੰ ਤੂੰ ਇੱਕ ਵੇਖਣਾ। ਇਹ ਸ਼ਬਦ ਦੇ ਵਿੱਚ ਅੱਗੇ ਜਾ ਕੇ ਆਉਣਾ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਹੁਣ ਤੂੰ ਗੁਰੂ ਵਾਲਾ ਬਣ ਗਿਆ। ਤੇਰੇ ਸਰੀਰ ਦੇ ਉੱਤੇ ਜਿਹੜੇ 5 ਕਕਾਰ ਨੇ, ਇਹ ਗੁਰੂ ਦੀ ਮੋਹਰ ਦਿੱਤੀ ਹੋਈ ਹੈ। ਤੇਰੇ ਕਹਿਣ ਲੱਗੇ ਇਹਨਾਂ ਇੰਦਰੀਆਂ ਦੇ ਉੱਤੇ ਕਹਿਣ ਲੱਗੇ ਗੁਰੂ ਦਾ ਕਬਜ਼ਾ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਰਹਿਮਤ ਕੀਤੀ ਹੈ। ਕਹਿੰਦੇ ਨੇ ਉਸ ਤੋਂ ਬਾਅਦ ਸਾਡੇ ਇਹਨਾਂ ਕੇਸਾਂ ਦੇ ਵਿੱਚ ਅੰਮ੍ਰਿਤ ਪਾਇਆ ਜਾਂਦਾ, ਇਸ ਮੱਤ ਦੇ ਵਿੱਚ ਅੰਮ੍ਰਿਤ ਪਾਇਆ ਜਾਂਦਾ, ਤੇ ਇਹੋ ਕਿਹਾ ਜਾਂਦਾ ਮਨੁੱਖ ਇਹ ਜਿਹੜੀ ਤੇਰੀ ਮੱਤ ਹੁਣ ਆਪਣੀ ਨਹੀਂ ਰਹੀ, ਇਹ ਗੁਰੂ ਦੀ ਮੱਤ ਹੋ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਕਹਿਣ ਲੱਗੇ ਦਾਤਿਆ ਗੁਰੂ ਦਾ ਏਡਾ ਵੱਡਾ ਰੁਤਬਾ ਹੈ। ਜਦੋਂ ਮਨੁੱਖ ਗੁਰੂ ਤੋਂ ਬਿਨਾਂ ਹੁੰਦਾ, ਉਹਦਾ ਆਪਣਾ ਜੀਵਨ ਹੁੰਦਾ, ਉਹ ਆਪਣੇ ਮਨ ਆਈ ਨਾਲ ਜੀਵਨ ਬਤੀਤ ਕਰਦਾ, ਜਿੱਥੇ ਉਹਦਾ ਜੀ ਕਰਦਾ ਉਹ ਜਾਂਦਾ। ਤੇ ਮੈਂ ਇੱਕ ਬੇਨਤੀ ਹੋਰ ਕਰਦਿਆਂ, ਉਹਦਾ ਜੋ ਜੀ ਕਰਦਾ ਉਹ ਪਾਉਂਦਾ, ਉਹਦਾ ਜੋ ਜੀ ਕਰਦਾ ਉਹ ਖਾਂਦਾ ਏ। ਤੇ ਜਦੋਂ ਦਾਤਿਆ ਗੁਰੂ ਵਾਲਾ ਮਨੁੱਖ ਬਣ ਜਾਂਦਾ,
महाराज सच्चे पातशाह उनके पाउण दे उत्ते भी गुरु की रहमत है, उनके खाण पीण दे उत्ते भी गुरु की बख्शिश है। महाराज जी ने कहा तू कित्थे जाना है, ये भी गुरु तेरे वास्ते डिसाइड करे भी तू कित्थे जाना है। कहने लगे महाराज सच्चे पातशाह मेरे दाते ने कृपा की है, जीवन गुरमुख प्यारिओ दो तरह का है, एक निगुरे वाला जीवन है, वो साडा अपना जीवन है। कहने लगे एक जीवन गुरु वाला बन के है, जदों मनुख गुरु वाला जीवन बन के अपना जीवन बतीत करदा है ते कहने लगे महाराज सच्चे पातशाह उन्होंने वडियाइयां मिलदियां ने। बाबा बंदा सिंह बहादुर गुरु वाले बन गए ने, अज उन्हां दा संसार ते किन्ना मान ते सन्मान है। जे लक्ष्मण दास रहिंदे, बंदा बैरागी रहिंदे ते शायद उन्होंने कोई जानदा या ना जानदा, पर महाराज सच्चे पातशाह गुरु वाले बन गए ने। महाराज जी ने कृपा की है। कहने लगे दातिया मैं तेरे दर दे उत्ते आमना ही इस करके आ, महाराज जी मेरे ते रहमत कर, इन्हां अखां दे उत्ते रहमत कर, जिन्नू भी दातिया मैं तक्का महाराज जी तुहाडा ही मैनू सारे पासे महाराज सच्चे पातशाह तुसी नज़र आओ। महाराज जी रहमत करन। कहते ने कदी तुसी महाराज सच्चे पातशाह दे सामने भाई कन्हैया वेखो कहन लगे किन्नी सेवा करते ने, पानी पियाउंदे ने, ते सिखा ने आके कह दिता महाराज जी है तुहाडी तलवार पई है, तुहाडी ढाल पई है, शस्त्र पे हुए ने। महाराज जी ने क्या गल की हो गई है? कहने लगे दातिया जिन्नू असी मौत दे घाट उतारने आ, जेड़ा डिग भी पैंदा है कहंदे ने ये भाई कन्हैया उनके मूँह दे विच पानी जाके पा देंदा। महाराज जी ने क्या बुलाओ, भाई कन्हैये नूं बुलाया जांदा ते महाराज जी दे दर ते मत्था टेकदा। महाराज सच्चे पातशाह ने क्या सी भाई कन्हैये नूं सिख की कहिंदे ने, हाथ जोड़ के क्या दातिया सिख कदी झूठ नहीं बोलदा, ये जो कहिंदे ने सच कहिंदे ने। ते कहन लगे तू दुश्मन नूं भी किरे पानी पियावना, ते महाराज सच्चे पातशाह दे सामने हथ जोड़ के क्या सी दातिया मैनू पता ही कोई नहीं दुश्मन कौन है, मैनू पता ही कोई नहीं सज्जन कौन है। महाराज जी मैं जिंदे मुख विच भी पानी पाया, जिन्ने भी दातिया मेरे तो पानी मंगे है, महाराज जी मैं ते तुहाडा ही स्वरूप वेखिया ना, मैं ते तुहाडे ही मुख विच पानी पाया। महाराज सच्चे पातशाह ने कहन लगे भाई कन्हैये नूं अपनी गल वकड़ी दे विच ले ले। मेरा दाता कहंदा जदों मनुख गुरु वाले पासे बन जांदा, गुरु वाले पासे तुर पैंदा, फिर महाराज जी कहंदे ने इहदा जीवन किहो जिहा हुंदा। वो महाराज जी ने अज इस शब्द दे विच बख्शिश कीती है। गुरमुख प्यारिओ वेखो पंजाब दी धरती दे उत्ते अड़ आए ने, कहन लगे किन्ना नुकसान होया, पर महाराज जी ये तुहाडा खालसा है, बाबा नानक के तुहाडे सिख ने। महाराज सच्चे पातशाह अज फिर उठ के खलो गए ने, किसी तो मदद दी ये नहीं क्या भी कोई साडी मदद करे। किन्नी दया है, किन्ना महाराज जी अपनापन है। ये तो नहीं क्या ना तू साडे धर्म वाला नहीं, तेरा धर्म दूसरा है। कहने लगे ये नहीं क्या तेरी जात बरादरी दूसरी है, तेरी मदद नहीं करनी। वेखो गुरमुख प्यारिओ नौजवाना ने जिथे लोग जाते नहीं, कहने लगे इन्ना इन्ना पानी है, जा करके सब दी मदद कीती है। इथों तक कहने लगे मनुखता दी भलाई ते वखरी गल है। गुरमुख प्यारिओ किते पशु ने, किथे दातिया कोई होर भी जिंदे अंदर रब ने जान पाई है। महाराज जी सब दी मदद कीती, क्यों? क्योंकि कहन लगे इहदे उत्ते इस मत जेड़ी ए गुरु दी दिती हुई है। कहन लगे दातिया जेड़े ए साडे नेत्र ने, ये जे किते मनुखता वाले हुंदे ना ते फिर परख कर लेंदे ए साडा नहीं, इनू इत्थे रहन दिओ। ये कहन लगे सानू इन्हें माड़ा किया, इहदी मदद नहीं करनी, क्योंकि ये जेड़े नेत्र ने ये गुरु दी दिती हुई दात है, गुरु दी रहमत है। महाराज सच्चे पातशाह ने कहा सी जदों
ਇਹ ਨੇਤਰ ਗੁਰੂ ਵਾਲੇ ਬਣ ਜਾਂਦੇ ਨੇ। ਤੇ ਮਹਾਰਾਜ ਜੀ ਨੇ ਕਿਹਾ ਫਿਰ ਸਾਰਾ ਸੰਸਾਰ ਇਸ ਮਨੁੱਖ ਨੂੰ ਆਪਣਾ ਨਜ਼ਰ ਆਉਂਦਾ, ਕੋਈ ਵੀ ਇਹਨੂੰ ਪਰਾਇਆ ਨਜ਼ਰ ਨਹੀਂ ਆਉਂਦਾ। ਮਹਾਰਾਜ ਜੀ ਨੇ ਤਾਂ ਹੀ ਕਿਹਾ ਆਸਾ ਮਹੱਲਾ ਪੰਜਵਾਂ, ਰਾਗ ਆਸਾ ਏ, ਮਹੱਲੇ ਪੰਜਵੇਂ ਦੇ ਅਖਰੀ ਅਰਥ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਸ਼ਹੀਦਾਂ ਦੇ ਸਰਤਾਜ ਨੇ। ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਗੁਰੈ ਦਿਖਾਇਓ ਲੋਏ ਨਾ, ਗੁਰੈ ਦੇ ਅਰਥ ਗੁਰੂ ਨੇ। ਕਹਿਣ ਲੱਗੇ ਦਾਤਿਆ ਗੁਰੂ ਨੇ ਕਿਰਪਾ ਕੀਤੀ ਹੈ, ਇਹ ਗੁਰੂ ਨੇ ਰਹਿਮਤ ਕੀਤੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਜਿੰਨਾ ਤੀਕ ਵੀ ਰਾਜ ਕੀਤਾ, ਕਿਤੇ ਵੀ ਆਪ ਜੀ ਇਹ ਨਹੀਂ ਪੜ੍ਹਦੇ ਹੋਵੋਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਹੋਵੇ, ਕਹਿਣ ਲੱਗੇ ਕਿ ਇਹ ਰਾਜ ਦਾ ਮੈਂ ਮਾਲਕ ਹਾਂ, ਮੇਰੇ ਨਾਮ ਦੇ ਉੱਤੇ ਕੋਈ ਸਿੱਕਾ ਚਲਾਇਆ ਜਾਏ, ਮੇਰਾ ਨਾਮ ਦੇ ਉੱਤੇ ਕੋਈ ਪੱਥਰ ਲਾਇਆ ਜਾਏ, ਰਹਿੰਦੀ ਦੁਨੀਆ ਤੱਕ ਮੈਨੂੰ ਵੀ ਕੋਈ ਯਾਦ ਕਰੇ। ਗੁਰਮੁਖ ਪਿਆਰਿਓ ਨਹੀਂ, ਜਿੱਥੇ ਵੀ ਕਹਿਣ ਲੱਗੇ ਕਿਸੇ ਨੇ ਪੁੱਛਿਆ ਤੇ ਇੱਕੋ ਗੱਲ ਕਹੀ ਸੀ, ਇਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੈ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਹੈ। ਕਹਿਣ ਲੱਗੇ ਮੇਰੇ ਵਰਗੇ ਤੇ ਬੰਦੇ ਕਈ ਨੇ, ਪਰ ਗੁਰੂ ਨੇ ਕਿਰਪਾ ਕੀਤੀ ਹੈ, ਇਸ ਬੰਦੇ ਨੂੰ ਕਾਬਲ ਸਮਝਿਆ ਤੇ ਬੰਦੇ ਨੂੰ ਬੰਦਾ ਨਹੀਂ ਬੰਦਾ ਸਿੰਘ ਬਹਾਦਰ ਬਣਾ ਦਿੱਤਾ। ਮਹਾਰਾਜ ਜੀ ਨੇ ਕਿਹਾ ਦਾਤਿਆ ਤੇਰੀ ਕਿਰਪਾ ਹੈ। ਮਹਾਰਾਜ ਜੀ ਕਹਿੰਦੇ ਨੇ ਗੁਰੈ ਦਿਖਾਇਓ ਲੋਏ ਨਾ, ਗੁਰੂ ਨੇ ਕਿਰਪਾ ਕੀਤੀ ਹੈ ਤੇ ਦਾਤਿਆ ਇਸ ਗੱਲ ਦੀ ਸਮਝ ਪੈ ਗਈ ਹੈ, ਇਸ ਗੱਲ ਦੀ ਦਾਤਿਆ ਹੁਣ ਮੈਨੂੰ ਜਾਣਕਾਰੀ ਆ ਗਈ ਹੈ। ਵੈਸੇ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ, ਗੁਰਮੁਖ ਪਿਆਰਿਓ, ਗੁਰੂ ਦੇ ਘਰ ਵਿੱਚ ਆ ਕੇ ਸਾਨੂੰ ਇਹ ਨਹੀਂ ਕਿ ਸਿਰਫ ਅਸੀਂ ਮੱਥਾ ਕਿੰਨੀ ਦੇਰ ਤੱਕ ਟੇਕਿਆ, ਜਾਂ ਅਸੀਂ ਪਰਿਕਰਮਾ ਕਿੰਨੀਆਂ ਕੀਤੀਆਂ ਨੇ, ਜਾਂ ਮਹਾਰਾਜ ਸੱਚੇ ਪਾਤਸ਼ਾਹ ਦਾਤਿਆ ਅਸੀਂ ਕਿੰਨਾ ਜ਼ਿੰਦਗੀ ਦੇ ਵਿੱਚ ਤੇਰੇ ਘਰ ਆਏ ਆ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਗੁਰੂ ਘਰ ਹੈ ਨਹੀਂ ਇਸ ਵਾਸਤੇ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਮਨੁੱਖ ਨੂੰ ਅਕਲ ਕਿੰਨੀ ਕਾਈ ਹੈ, ਮਨੁੱਖ ਸਿਆਣਾ ਕਿੰਨਾ ਹੋਇਆ। ਇਹ ਗੁਰਮੁਖ ਪਿਆਰਿਓ, ਗੁਰੂ ਘਰ ਜਿਹੜੇ ਨੇ ਇਹ ਟਕਸਾਲ ਹੈ, ਘੜੀਆ ਸ਼ਬਦ ਸੱਚੀ ਟਕਸਾਲ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਇੱਥੇ ਆ ਕਰਕੇ ਤੈਨੂੰ ਅਕਲਬੰਦ ਹੋਣਾ ਚਾਹੀਦਾ। ਅਕਲ ਦਾ ਇਹ ਮੁਜਸ਼ਮਾ ਹੈ, ਜਿਹਨੂੰ ਮਤ ਕਹਿ ਲੋ, ਗਿਆਨ ਕਹਿ ਲੋ। ਮਹਾਰਾਜ ਜੀ ਨੇ ਕਿਹਾ ਦਾਤਿਆ ਇਹ ਸਾਰਾ ਕੁਝ ਮੈਨੂੰ ਗੁਰੂ ਤੋਂ ਪ੍ਰਾਪਤ ਹੋਇਆ, ਕਿਉਂਕਿ ਗੁਰੂ ਮਹਾਨ ਹੈ। ਤੇ ਮਹਾਰਾਜ ਜੀ ਨੇ ਕਿਹਾ ਸੀ ਦਾਤਿਆ ਗੁਰੈ ਦਿਖਾਇਓ ਲੋਏ ਨਾ, ਗੁਰੂ ਨੇ ਕਿਰਪਾ ਕੀਤੀ ਹੈ ਤੇ ਮੈਨੂੰ ਹੁਣ ਸਾਰੀ ਜਿੰਨੀ ਸ੍ਰਿਸ਼ਟੀ ਹੈ ਇਹ ਮਹਾਰਾਜ ਜੀ ਤੁਹਾਡੀ ਪਈ ਨਜ਼ਰ ਆਉਂਦੀ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਬੜਾ ਪਿਆਰਾ ਇੱਕ ਬਚਨ ਕੀਤਾ ਹੈ। ਮਹਾਰਾਜ ਜੀ ਕਹਿੰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਦਾਤਿਆ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਮਹਾਰਾਜ ਜੀ ਮੇਰੀਆਂ ਅੱਖਾਂ ਨਹੀਂ ਦਾਤਿਆ, ਮੈਂ ਜ਼ਿੰਦਗੀ ਦੇ ਵਿੱਚ ਅੰਨਾ ਵਾਂ, ਮਹਾਰਾਜ ਜੀ ਤੁਸੀਂ ਕਿਰਪਾ ਕਰੋ ਨਾ। ਮਹਾਰਾਜ ਜੀ ਮੇਰਾ ਇਹ ਕਹਿਣ ਲੱਗੇ ਪੱਲਾ ਪਕੜ ਲਓ, ਜਾਂ ਮੈਨੂੰ ਦਾਤਿਆ ਪੱਲਾ ਤੁਸੀਂ ਪਕੜਾ ਦਿਓ। ਅੰਨੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆਪਣਾ ਪੱਲਾ ਪਕੜਾਓ, ਜਿਹਨੂੰ ਪਕੜ ਕੇ ਦਾਤਿਆ ਮੈਂ ਉਸ ਰਸਤੇ ਤੇ ਤੁਰ ਸਕਾਂ। ਮਹਾਰਾਜ ਜੀ ਉਸ ਰਸਤੇ ਤੇ ਤੁਰ ਕੇ ਆਪਣੀ ਮੰਜ਼ਿਲ ਮਕਸੂਦ ਨੂੰ ਪ੍ਰਾਪਤ ਕਰ ਸਕਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਨਾਲ ਇਹ ਵੀ ਕਿਹਾ, ਅੰਨੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ, ਅੰਨੇ ਸਈ ਨਾਨਕਾ ਜੇ ਖਸਮੋਂ ਕੁੱਥੇ ਜਾਏ। ਕਹਿਣ ਲੱਗੇ ਅੰਨੇ ਉਹ ਨਹੀਂ ਜਿਨ੍ਹਾਂ ਨੂੰ ਰੱਬ ਨੇ ਇਹ ਨੇਤਰ ਨਹੀਂ ਦਿੱਤੇ। ਮਹਾਰਾਜ ਜੀ ਨੇ ਕਿਹਾ ਅੰਨੇ ਉਹ ਵੀ ਹੁੰਦੇ ਨੇ ਜਿਨ੍ਹਾਂ ਨੂੰ ਰੱਬ ਨੇ ਅੱਖਾਂ ਵੀ ਦਿੱਤੀਆਂ ਨੇ, ਪਰ ਕਹਿਣ ਲੱਗੇ ਉਸ ਅੱਖਾਂ ਨੂੰ ਵੀ ਲੈ ਕੇ ਪਾ ਕੇ ਤੇ ਕਹਿੰਦੇ ਨੇ ਉਸ ਮਾੜੇ ਰਸਤੇ ਤੇ ਤੁਰੇ ਨੇ। ਮਹਾਰਾਜ ਜੀ ਨੇ ਉਹਨਾਂ ਨੂੰ ਸੁਝਾਅ ਦਿੱਤਾ, ਉਹਨਾਂ ਨੂੰ ਸਮਝਾਇਆ, ਜੇ ਰੱਬ ਨੇ ਤੁਹਾਨੂੰ ਇਹ ਨੇਤਰ ਦਿੱਤੇ ਨੇ, ਅੱਖਾਂ ਦਿੱਤੀਆਂ ਨੇ, ਤੇ ਚੰਗਾ ਮਾੜਾ ਸੋਚਣ ਦੀ ਦਾਤੇ ਨੇ ਸਾਨੂੰ
ਇਹ ਕਹਿਣ ਲੱਗੇ ਚੇਤਨਾ ਸ਼ਕਤੀ ਦਿੱਤੀ ਹੈ ਤੇ ਮਹਾਰਾਜ ਜੀ ਨੇ ਕਿਹਾ ਇਹਨਾਂ ਨੂੰ ਵਰਤਣਾ ਤੇਰਾ ਫਰਜ਼ ਹੈ। ਇਸ ਕਰਕੇ ਮਹਾਰਾਜ ਜੀ ਨੇ ਇਹ ਸ਼ਬਦ ਦਾ ਇੱਕੋ ਇੱਕ ਪੰਕਤੀ ਨੂੰ ਜਦੋਂ ਬੰਦ ਕੀਤਾ, ਰਹਾਉ ਤੋਂ ਬਾਅਦ ਸ਼ਬਦ ਖੋਲ੍ਹਿਆ, ਮਹਾਰਾਜ ਜੀ ਨੇ ਕਿਹਾ ਗੁਰੂ ਸਭ ਤੋਂ ਵੱਡਾ ਹੁੰਦਾ ਹੈ, ਗੁਰੂ ਤੋਂ ਬਗੈਰ ਮਨੁੱਖ ਕੁਛ ਵੀ ਨਹੀਂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਜਦੋਂ ਕਹਿਣ ਲੱਗੇ ਮਨੁੱਖ ਕਿਰੇ ਉਲਝ ਜਾਏ, ਮਨੁੱਖ ਮਾੜੇ ਰਸਤੇ ਤੇ ਪੈ ਜਾਏ, ਕੌਣ ਸਮਝਾਉਂਦਾ? ਮਾਤਾ ਪਿਤਾ ਤੋਂ ਬਿਨਾਂ ਕੋਈ ਸਮਝਾਉਂਦਾ? ਜਿੰਨਾ ਮਰਜੀ ਮਨੁੱਖ ਦਾ ਸ਼ਰੀਕਾ ਹੋਵੇ, ਚਾਚੇ ਬਾਬੇ ਤਾਏ ਹੋਣ, ਗੁਰਮੁਖ ਪਿਆਰਿਓ ਕੋਈ 1-ਅੱਧਾ% ਹੀ ਹੋਏਗਾ ਜਿਹੜਾ ਭੁੱਲੇ ਹੋਏ ਨੂੰ ਕਿਤੇ ਸਿੱਧੇ ਰਸਤੇ ਤੇ ਪਾਏਗਾ। ਨਹੀਂ ਤੇ ਮਹਾਰਾਜ ਜੀ ਜਿਹੜਾ ਪਿਓ ਹੁੰਦਾ ਫਿਰ ਵੀ ਮਾੜੇ ਰਸਤੇ ਤੇ ਪਏ ਹੋਏ ਪੁੱਤਰ ਨੂੰ ਕੋਸ਼ਿਸ਼ ਕਰਦਾ ਹੈ ਮੇਰੀ ਔਲਾਦ ਚੰਗੇ ਰਸਤੇ ਦੇ ਉੱਤੇ ਤੁਰੇ, ਮੇਰੀ ਔਲਾਦ ਚੰਗੇ ਰਸਤੇ ਦੇ ਉੱਤੇ ਕਾਮਯਾਬ ਹੋਵੇ। ਗੁਰੂ ਵੀ ਜਦੋਂ ਸਾਨੂੰ ਵੇਖਦਾ ਨਾ ਤੇ ਮਨ ਵਿੱਚ ਸੋਚਦਾ, ਕਹਿਣ ਲੱਗੇ ਜੇ ਤੇਰਾ ਤੇ ਮੇਰਾ ਸੰਬੰਧ ਜੁੜਿਆ ਹੁੰਦਾ ਨਾ, ਅੱਜ ਮੈਂ ਤੈਨੂੰ ਇਸ ਰਸਤੇ ਤੋਂ ਵੀ ਇਸ ਪਾਸੇ ਲੈ ਕੇ ਆ ਜਾਣਾ ਸੀ। ਕਹਿਣ ਲੱਗੇ ਤੇਰੇ ਤੇ ਕਿਰਪਾ ਕਰ ਦੇਣੀ ਸੀ। ਮਹਾਰਾਜ ਜੀ ਨੇ ਕਿਹਾ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਰੇ ਕਰ ਮਨ ਮੇਰੇ, ਗੁਰ ਕਰ ਸ਼ਬਦ ਸੁਪੰਨ, ਅਗਨ ਕੱਟੈ ਸਭ ਤੇਰੇ। ਅਗਨ ਦਾ ਆਖਰੀ ਅਰਥ ਪਾਪ ਹੈ। ਗੁਰੂ ਤੇਰੇ ਪਾਪਾਂ ਨੂੰ ਵੀ ਕੱਟ ਕੇ ਰੱਖ ਦੇਗਾ। ਪਰ ਮਹਾਰਾਜ ਜੀ ਨੇ ਕਿਹਾ ਇੱਕ ਕੰਮ ਕਰੀ ਜੇ, ਜ਼ਿੰਦਗੀ ਦੇ ਅੰਦਰ ਗੁਰੂ ਵਾਲਾ ਬਣ ਕੇ ਆਪਣਾ ਜੀਵਨ ਬਤੀਤ ਕਰੀ ਜੇ, ਤੇ ਤੇਰੀਆਂ ਅੱਖਾਂ ਦੇ ਵਿੱਚੋਂ, ਤੇਰੇ ਨੇਤਰਾਂ ਦੇ ਵਿੱਚੋਂ ਕਹਿਣ ਲੱਗੇ ਤੈਨੂੰ ਸਾਰਾ ਸੰਸਾਰ ਆਪਣਾ ਨਜ਼ਰ ਆਏਗਾ। ਹੁਣ ਮਹਾਰਾਜ ਜੀ ਕਹਿੰਦੇ ਨੇ ਦਾਤਿਆ ਜਦੋਂ ਕਿਰਪਾ ਹੋ ਗਈ, ਜਦੋਂ ਹੋਈ ਰਹਿਮਤ, ਭਾਈ ਮੰਝ ਦੇ ਉੱਤੇ ਕਿਰਪਾ ਹੋ ਗਈ ਹੈ। ਗੁਰੂ ਤੋਂ ਬਗੈਰ ਤੁਸੀਂ ਵੇਖਦੇ ਉਹਦਾ ਜੀਵਨ ਕਿਹੋ ਜਿਹਾ ਸੀ। ਕਹਿਣ ਲੱਗੇ ਭਾਵੇਂ ਉਹਦੇ ਕੋਲ ਸੰਸਾਰ ਦੇ ਸੁੱਖ ਗੁਰਮੁਖ ਪਿਆਰਿਓ ਕਿਤੇ ਜ਼ਿਆਦਾ ਸਨ, ਜਿੰਦੇ ਨਾਲ 50-50 100-100 ਬੰਦਾ ਤੁਰਦਾ ਹੋਏਗਾ। ਕਹਿਣ ਲੱਗੇ ਕੋਈ ਸੰਸਾਰ ਦਾ ਸੁੱਖ ਉਹਦੇ ਕੋਲ ਹੋਏਗਾ ਨਾ। 50 ਪਿੰਡਾਂ ਦਾ ਮਾਲਕ ਭਾਈ ਮੰਝ ਹੈ, ਪਰ ਗੁਰੂ ਵਾਲਾ ਨਹੀਂ। ਗੁਰਮੁਖ ਪਿਆਰਿਓ ਜੇ ਗੁਰੂ ਦੇ ਰਸਤੇ ਤੇ ਤੁਰਿਆ ਤੇ ਸਾਰਾ ਕੁਝ ਸੰਸਾਰ ਦਾ ਚਲਾ ਗਿਆ। ਕਹਿੰਦੇ ਨੇ ਘਾਹ ਖੋਤ ਕੇ ਗੁਜ਼ਾਰਾ ਕੀਤਾ, ਗੁਰੂ ਦੀ ਕੀਤੀ ਸੇਵਾ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹ ਵੀ ਦਿਨ ਆ ਗਿਆ ਜਿੱਦਣ ਕਹਿਣ ਲੱਗੇ ਖੂਹ ਦੇ ਵਿੱਚ ਡਿੱਗੇ ਹੋਏ ਨੂੰ, ਭਾਵ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਣ ਲੱਗੇ ਕੱਢਿਆ ਨਾ ਜਦੋਂ, ਤੇ ਭਾਈ ਮੰਝ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਟਹਿ ਪਿਆ। ਕਹਿਣ ਲੱਗਾ ਦਾਤਿਆ ਤੁਸੀਂ ਆ ਗਏ ਹੋ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਚਰਨਾਂ ਤੋਂ ਚੁੱਕ ਕੇ ਆਪਣੀ ਛਾਤੀ ਨਾਲ ਲਾਇਆ ਸੀ ਤੇ ਬਚਨ ਕੀਤਾ ਸੀ ਭਾਈ ਮੰਝ ਉਹ ਤੇਰੀ ਜ਼ਿੰਦਗੀ ਖਤਮ ਹੋ ਗਈ ਹੈ, ਤੇਰੀ ਜ਼ਿੰਦਗੀ ਨਵੀਂ ਹੁਣ ਕਹਿਣ ਲੱਗੇ ਤੁਰੀ ਹੈ। ਤੇ ਮਹਾਰਾਜ ਜੀ ਨੇ ਕਿਹਾ ਸੀ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਰ। ਕਹਿਣ ਲੱਗੇ ਭਾਈ ਮੰਝ ਰਹਿੰਦੀ ਦੁਨੀਆ ਤੱਕ ਤੈਨੂੰ ਕਹਿਣ ਲੱਗੇ ਲੋਕ ਯਾਦ ਕਰਿਆ ਕਰਨਗੇ। ਭਾਈ ਮੰਝ ਨੇ ਸੇਵਾ ਕੀਤੀ ਹੈ। ਗੁਰਮੁਖ ਪਿਆਰਿਓ ਜਦੋਂ ਗੁਰੂ ਦੀ ਕਿਰਪਾ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਅੱਜ ਗੁਰੂ ਦੇ ਦਰਬਾਰ ਦੇ ਵਿੱਚ ਕਹਿਣ ਲੱਗੇ ਇੱਕ ਦੀਪ ਨਾਮ ਦਾ ਕਹਿਣ ਲੱਗੇ ਬੱਚਾ ਆਉਂਦਾ, ਚਰਨਾਂ ਤੇ ਮੱਥਾ ਟੇਕਿਆ, ਮਾਤਾ ਪਿਤਾ ਨਾਲ ਆਏ ਨੇ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਨੇ ਦ੍ਰਿਸ਼ਟੀ ਪਾਈ ਹੈ। ਮਾਤਾ ਪਿਤਾ ਜਾਣ ਲੱਗੇ, ਮਹਾਰਾਜ ਜੀ ਨੇ ਕਿਹਾ ਬੱਚੇ ਨੂੰ ਇੱਥੇ ਛੱਡ ਜਾਓ, ਸੱਚੇ ਪਾਤਸ਼ਾਹ ਤੁਹਾਡੇ ਕੋਲ ਰਹੇ ਤੇ ਹੋਰ ਕੀ ਸਾਨੂੰ ਚਾਹੀਦਾ। ਕਹਿਣ ਲੱਗੇ ਗੁਰੂ ਦੀ ਹਜ਼ੂਰੀ ਦੇ ਵਿੱਚ ਰਹੇ ਨੇ, ਮਹਾਰਾਜ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ ਹੈ। ਕਹਿਣ ਲੱਗੇ ਅੰਮ੍ਰਿਤ ਛਕ ਲਿਆ, ਜਿਹਨੂੰ ਲੋਕ ਕੱਲਾ ਦੀਪ ਕਹਿੰਦੇ ਸਨ ਉਹਨੂੰ ਕਹਿਣ ਲੱਗੇ ਅੱਜ ਦੀਪ ਸਿੰਘ ਕਹਿਣ ਲੱਗ ਪਏ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਪਰਖ ਕੀਤੀ ਹੈ ਤੇ ਕਹਿਣ ਲੱਗੇ ਗੁਰੂ ਦੀ ਹੋਈ ਰਹਿਮਤ। ਤੇ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਸ ਦੀਪ ਸਿੰਘ ਨੇ ਜਦੋਂ 18 ਸ਼ੇਰ ਦਾ ਖੰਡਾ ਹੱਥ ਦੇ ਵਿੱਚ ਪਕੜਿਆ ਤੇ ਕਹਿੰਦੇ ਨੇ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਲੱਗਿਆ।
कहन लगे दातिया अपना सीस भी भेंट कर दिता है। अज दुनिया दोवें हथ जोड़ के ना दीप कहती ना दीप सिंह कहती है। अज क्या जाता है अमर शहीद धन धन बाबा दीप सिंह जी महाराज की रहमत है। ये गुरु की कृपा है, गुरु की नज़र है। जिंदे ते गुरु की नज़र पै जाती है दातिया उनका जीवन महान हो जाता है। जिस अस्थान दे उत्ते आप जी बैठे हो विराजमान होए हो गुरमुख प्यारिओ गुरु की नज़र पई है। और वेखो सामने अस्थान बने है जिथे कहन लगे दातिया भाई मती दास नूं चीरन लगे ने ते जलाद ने क्या सी अपने केस दोवें पासे कर ले आरा रखना है। कहन लगे जदों आरा रखन लगे ना ते केस दोवें अपने इधर कर ले ने आरा अजे चलन लगे ते कहन लगे काजी ने क्या सी कहन लगे मती दास एक पासे जिंदगी है एक पासे मौत है ते कहन लगे कोई नहीं मैं जिंदगी नूं जी के वेख लिया पर कहन लगे मैं मौत का भी स्वाद चखना है। ते गुरमुख प्यारिओ जदों थोड़ा जिहा 2 उंगल आरा कहन लगे चलिया खून दी पई ततार ते कहन लगे उदों भाई मती दास ने क्या आरा रोक दे। काजी बड़ा खुश होया कहन लगे कोई गल नहीं फिर भी असी तेनू 9 बर 9 कर लांगे इलाज करा देंगे। वो कम से कम तू ते मान ही गयो ना। कहन लगे आरा हुण रुकिया होया खून पिया चलदा है ते काजी कहन लगा कहंदे ने मती दास की गल है हुण तेरा इरादा की है आरा परा रख दिए। कहन लगे नहीं पहली जिंदगी नालों मैनू हुण ज़्यादा आनंद है ते एक मेरी बेनती रहेगी आरा किते तेजी नाल ना चलायो। आरा कहन लगे हल्के हल्के चलायो क्योंकि मेरे पातशाह महाराज जी की नज़र मेरे ते रहे जदों तक मेरे शरीर दे विच जिंद रहे। मेरा गुरु मेरे उत्ते नज़र मारदा पिया सामने मेरा गुरु साहिब श्री गुरु तेग बहादुर महाराज जी विराजमान ने। गुरमुख प्यारिओ भावें इस शरीर दे 2 फाड़ हो गए ने। कहन लगे महाराज सच्चे पातशाह अज जिथे दातिया तुसी आ करके साध संगत जी नतमस्तक होंदे हो उथे भाई मती दास भाई सती दास भाई दयाले नूं भी तां चेते करदे हो जिन्हां उत्ते गुरु दी इन्नी नज़र सी। महाराज जी ने कहा मेरे गुरु ने मेरे ते रहमत कीती है। फिर महाराज जी हुण कहंदे ने रहाओ इतै कहन लगे इतै उतै घट 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 4 बार आए है। महाराज जी ने इंदे महाराज सच्चे पातशाह बख्शी करते ने। कहन लगे जदों मनुख दे मन दे विच गुरु दी रहमत हो जाती है जिसके सिर ऊपर तू स्वामी सो दुख कैसा पावे। हुण सिर दे उत्ते हथ दा अर्थ ये ना रखियो भी गुरु साडे सिर ते हथ रखिया है कि नहीं असी वेखीए भी गुरु दा ते हथ कोई नहीं। गुरमुख प्यारिओ गुरु दा हथ हुंदा है मत। गुरु जे किसे नूं कोई दात देंदा है ते की दात देंदा है किसे नूं गड्डियां भर के थोड़ी दित्तियां भी तू 1 ट्रक लै जा ते तू लै जा 2। गुरमुख प्यारिओ गुरु जिन्नू देंदा है उन्नू चंगी मत दे देंदा है ते गुरु जदों किसे तो लैंदा है उनदी मत मार के रख देंदा है। महाराज सच्चे पातशाह मेरे दाते ने कृपा कीती है। कहन लगे जदों गुरु दी मत हो जाती है ना फिर मनुख नूं हर दे विच कली मनुखता दा जिक्र नहीं। महाराज जी ने क्या 4 खाणियां ने अंडज जेरज से तत उत भुज। महाराज जी हर दे विचों रब नजर आंदा है। उन्हों तां दातिया कहन लगे पक्षियां विचों भी रब नजर आंदा है उन्हों कीड़ियां विचों भी रब नजर आंदा है उन्हों पशुआं विचों भी रज ते उन्हों मनुखता विचों भी रब नजर आंदा है क्योंकि ये मत गुरु दी हो गई है। फिर महाराज जी ने क्या ईतै ऊतै इनके अखरी अर्थ तुसीं सब जानते हो। कहन लगे लोक ते परलोक इनके अखरी अर्थ होंदे ने। दातिया तू इत्थे भी बांह पकड़ लेना है ते जेड़ा गुरु वाला होके रब दे घर दे विच जांदा है
ਤੇ ਮਹਾਰਾਜ ਜੀ ਤੂੰ ਉੱਥੇ ਵੀ ਉਹਦੀ ਬਾਂਹ ਪਕੜਨਾ ਨਾ, ਉੱਥੇ ਵੀ ਦਾਤਿਆ ਤੂੰ ਆਪਣਾ ਬਣਾ ਲੈਣਾ ਉਹਨੂੰ। ਮਹਾਰਾਜ ਸੱਚੇ ਪਾਤਸ਼ਾਹ ਦਾ ਇੱਕ ਬਚਨ ਆਉਂਦਾ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਸਮਝੇ ਦਾ ਆਖਰੀ ਅਰਥ ਹੁੰਦਾ ਬਾਂਹ ਪਕੜਨਾ, ਸਮਝ ਦਾ ਆਖਰੀ ਅਰਥ ਹੁੰਦਾ ਜ਼ਿੰਮੇਦਾਰੀ ਲੈਣੀ। ਹੁਣ ਜਿੰਦੇ ਜ਼ਿੰਮੇਦਾਰੀ ਬਾਬਾ ਨਾਨਕ ਲਏ, ਜਿੰਦੀ ਜ਼ਿੰਮੇਦਾਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਲੈਂਦੇ ਪਏ ਨੇ, ਜਿੰਦੀ ਜ਼ਿੰਮੇਦਾਰੀ ਕਹਿਣ ਲੱਗੇ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੈਂਦੇ ਪਏ ਨੇ। ਗੁਰਮੁਖ ਪਿਆਰਿਓ, ਉਹਦਾ ਜੀਵਨ ਕਿੰਨਾ ਕੁ ਮਹਾਨ ਹੋਏਗਾ। ਮਹਾਰਾਜ ਜੀ ਨੇ ਕਿਹਾ ਈਤੈ ਊਤੈ ਘਟ ਘਟ ਘਟ। ਕਹਿਣ ਲੱਗੇ ਦਾਤਿਆ ਉਹਨੂੰ ਸਭ ਦੇ ਵਿੱਚੋਂ ਰੱਬ ਨਜ਼ਰ ਆਉਂਦਾ। ਕੀ ਆਉਂਦਾ? ਤੂੰ ਹੀ ਮੋਹਿਨਾ। ਦਾਤਿਆ ਤੂੰ ਬੜਾ ਮੋਹਕ ਹੈ, ਮਨ ਨੂੰ ਮੋਹਣ ਵਾਲਾ ਹੈ ਤੂੰ, ਤੇ ਦਾਤਿਆ ਸਭ ਦੇ ਵਿੱਚੋਂ ਨਜ਼ਰ ਆਉਣਾ ਨਾ। ਕਬੀਰ ਸਾਹਿਬ ਨੇ ਬੜਾ ਪਿਆਰਾ ਕਿਹਾ, ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਕਹਿਣ ਲੱਗੇ ਦਾਤਿਆ ਹੁਣ ਸਾਰੇ ਪਾਸੇ ਤੂੰ ਨਜ਼ਰ ਆਉਣਾ। ਬਾਬਾ ਰਵਿਦਾਸ ਜੀ ਕਹਿੰਦੇ ਨੇ, ਕਹਿਣ ਲੱਗੇ ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਜਦੋਂ ਦਾਤਿਆ ਮੈਂ ਸਾਂ, ਮੇਰੀ ਆਪਣੀ ਜ਼ਿੰਦਗੀ ਸੀ, ਮੇਰਾ ਆਪਣਾ ਜੀਵਨ ਸੀ, ਉਦੋਂ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕੋਲ ਦੁੱਖ ਤੋਂ ਸਿਵਾਏ ਕੁਛ ਵੀ ਨਹੀਂ ਸੀ, ਸਿਰਫ ਦੁੱਖ ਹੀ ਸਨ। ਜਿੱਧਰ ਮੇਰਾ ਜੀ ਕਰਦਾ ਸੀ ਮੈਂ ਜਾਂਦਾ ਸੀ, ਜਿਹੋ ਜਿਹਾ ਮੇਰਾ ਜੀ ਕਰਦਾ ਸੀ ਉਸ ਪਾਸੇ ਮੈਂ ਤੁਰ ਪੈਂਦਾ ਸੀ। ਤੇ ਕਹਿਣ ਲੱਗੇ ਜਦੋਂ ਦੇ ਪਾਤਸ਼ਾਹ ਤੁਸੀਂ ਆ ਗਏ ਹੋ ਨਾ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਕਹਿਣ ਲੱਗੇ ਦਾਤਿਆ ਹੁਣ ਤੇ ਤੁਸੀਂ ਜਦੋਂ ਦੇ ਆ ਗਏ ਹੋ, ਜੀਵਨ ਆਨੰਦ ਦੇ ਵਿੱਚ ਤਬਦੀਲ ਹੋ ਗਿਆ। ਸਾਰਾ ਕੁਛ ਮਹਾਰਾਜ ਜੀ ਅੱਜ ਇੰਨਾ ਸੋਹਣਾ ਪਿਆ ਨਜ਼ਰ ਆਉਂਦਾ ਹੈ, ਕਿਉਂਕਿ ਦਾਤਿਆ ਇਹ ਨੇਤਰ ਜਿਹੜੇ ਨੇ ਇਹਨਾਂ ਤੇ ਤੁਹਾਡੀ ਦ੍ਰਿਸ਼ਟੀ ਪੈ ਗਈ ਹੈ, ਤਾਂ ਹੀ ਅੰਮ੍ਰਿਤ ਛਕਣ ਲੱਗਿਆ ਇਹਨਾਂ ਅੱਖਾਂ ਦੇ ਵਿੱਚ ਵੀ ਛੱਟੇ ਮਾਰੇ ਜਾਂਦੇ ਨੇ। ਕਹਿਣ ਲੱਗੇ ਤੂੰ ਅੱਜ ਗੁਰੂ ਦਾ ਸਿੱਖ ਬਣਿਆ ਤੇ ਆਪਣੇ ਪਰਾਏ ਵਿੱਚ ਫਰਕ ਨਾ ਸਮਝੀ ਜੇ। ਇਹ ਸਾਰਾ ਕੁਛ ਉਸ ਰੱਬ ਨੇ ਬਣਾਇਆ ਹੋਇਆ ਤੇ ਸਾਰਿਆਂ ਦੇ ਵਿੱਚੋਂ ਤੈਨੂੰ ਰੱਬ ਹੀ ਨਜ਼ਰ ਆਉਣਾ ਚਾਹੀਦਾ। ਮਹਾਰਾਜ ਜੀ ਕਹਿੰਦੇ ਨੇ ਕਾਰਨ ਕਰਨਾ, ਸਾਰੇ ਕਾਰਨ ਕਰਨ ਵਾਲਾ ਰੱਬ ਹੈ। ਮਨੁੱਖ ਦੇ ਹੱਥ ਦੇ ਵਿੱਚ ਕੁਛ ਵੀ ਨਹੀਂ। ਮਨੁੱਖ ਕਰ ਵੀ ਕੀ ਸਕਦਾ ਹੈ? ਮਨੁੱਖ ਜਿੰਨੀਆਂ ਮਰਜ਼ੀ ਸੋਚਾਂ ਸੋਚ ਲੈ, ਮੈਂ ਇਹ ਕਰਨਾ ਉਹ ਕਰਨਾ, ਕੱਖ ਵੀ ਨਹੀਂ ਕਰ ਸਕਦਾ। ਮਹਾਰਾਜ ਜੀ ਕਹਿੰਦੇ ਨੇ ਦਾਤਿਆ ਤੂੰ ਕਾਰਨ ਕਰਨ ਵਾਲਾ ਹੈ। ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਇਹ ਮਨੁੱਖ ਤੁਰਦਾ। ਇਕੱਲੇ ਮਨੁੱਖ ਦੀ ਤੇ ਗੱਲ ਨਹੀਂ, ਸਾਰਾ ਸੰਸਾਰ ਹੀ ਤਾਂ ਦਾਤਿਆ ਤੁਹਾਡੇ ਹੁਕਮ ਦੇ ਅੰਦਰ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁਝੈ। ਬੁਝੈ ਦਾ ਅਰਥ ਗਿਆਨ ਹੁੰਦਾ, ਅਕਲ ਹੁੰਦਾ। ਕਹਿਣ ਲੱਗੇ ਦਾਤਿਆ ਜਿਹਨੂੰ ਤੁਸੀਂ ਚੰਗੀ ਮੱਤ ਦੇ ਦਿੱਤੀ ਹੈ, ਜਿਹਨੂੰ ਦਾਤਿਆ ਗੁਰੂ ਘਰ ਦੇ ਵਿੱਚੋਂ ਗਿਆਨ ਮਿਲ ਗਿਆ, ਜਿਹਨੂੰ ਦਾਤਿਆ ਤੁਸੀਂ ਮਹਾਰਾਜ ਜੀ ਚੰਗੀ ਸੁਮੱਤ ਦੇ ਦਿੱਤੀ ਹੈ ਨਾ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉ ਮੈਂ ਕਹਿ ਨਾ ਕੋਏ। ਉਹ ਕਦੀ ਕਹਿੰਦਾ ਹੀ ਨਹੀਂ ਇਹ ਮੇਰਾ, ਇੱਕੋ ਗੱਲ ਕਹਿੰਦਾ ਉਹ ਪਰਮਾਤਮਾ ਰੱਬ ਤੇਰਾ ਦਿੱਤਾ ਹੋਇਆ। ਮਹਾਰਾਜ ਜੀ ਵੀ ਕਹਿੰਦੇ ਨੇ ਕਾਰਨ ਕਰਨਾ, ਧਾਰਨ ਧਰਨਾ। ਮਹਾਰਾਜ ਸੱਚੇ ਪਾਤਸ਼ਾਹ ਦਾਤਿਆ ਇੱਕ ਹੈ ਸੋਹੇ ਨਾ। ਮਹਾਰਾਜ ਜੀ ਕਿੰਨਾ ਪਿਆਰਾ ਸਾਨੂੰ ਉਪਦੇਸ਼ ਦਿੰਦੇ ਨੇ। ਕਹਿਣ ਲੱਗੇ ਦਾਤਿਆ ਤੂੰ ਸਾਰੇ ਕਾਰਨਾਂ ਦੇ ਕਰਨ ਵਾਲਾ, ਤੇ ਦੂਸਰਾ ਕਿਹਾ ਸੀ ਤੂੰ ਕੁਦਰਤ ਨੂੰ ਬਣਾਇਆ। ਦਾਤਿਆ ਇਹ ਕੁਦਰਤ ਤੇਰੀ ਕਿੰਨੀ ਸੋਹਣੀ ਹੈ, ਕਿੰਨੀ ਦਾਤਿਆ ਇਹ ਕੁਦਰਤ ਮਹਾਰਾਜ ਜੀ ਇਹਦੇ ਵਿੱਚ ਸੁਹੱਪਣ ਹੈ। ਮਨੁੱਖ ਜਦੋਂ ਪਰਮਾਤਮਾ ਦੇ ਦਰ ਤੇ ਆਉਂਦਾ ਨਾ, ਇਹ ਬਾਹਰ ਤੋਂ ਜਿੰਨਾ ਮਰਜ਼ੀ ਸੋਹਣਾ ਹੋ ਜਾਏ ਇਹ ਸੰਸਾਰ ਵਾਸਤੇ ਹੈ। ਕਿਸੇ ਨੇ ਚੰਗੇ ਵਸਤਰ ਪਾਏ ਨੇ, ਕਹਿਣ ਲੱਗੇ ਇਹ ਸੰਸਾਰ ਵਾਸਤੇ ਪਾਏ ਨੇ ਕਿ ਮੈਂ ਸੋਹਣਾ ਲੱਗਾ, ਮੈਂ ਚੰਗਾ ਲੱਗਾ। ਗੁਰਮੁਖ ਪਿਆਰਿਓ ਇੱਕ ਸੁੰਦਰਤਾ ਹੁੰਦੀ ਹੈ ਰੱਬ ਵਾਸਤੇ, ਪਰਮਾਤਮਾ ਵਾਸਤੇ। ਕਹਿਣ ਲੱਗੇ ਬਾਹਰ ਦੀ ਸੁੰਦਰਤਾ ਨਾਲ ਰੱਬ ਨੂੰ ਕੁਛ ਨਹੀਂ ਲੈਣਾ ਦੇਣਾ, ਗੁਰੂ ਨੂੰ ਕੁਛ ਨਹੀਂ ਲੈਣਾ ਦੇਣਾ। ਪਰ ਮਹਾਰਾਜ ਜੀ ਨੇ ਕਿਹਾ ਜਦੋਂ ਤੂੰ ਅੰਦਰੋਂ ਸੋਹਣਾ ਹੋ ਗਿਆ ਨਾ,
तेरा अंदर चंगा हो गया, तेरे अंदर दी सुंदरता नूं रब ने वेखना। महाराज जी ताई कहंदे ने कारण करना धारन धरना एक है सोहे न। महाराज जी कारण करन वाले पातशाह मैनू तेरी एक एक चीज बनाई बड़ी सुंदर लगती है। मैनू दातिया तेरी एक कुदरत बड़ी चंगी लगती है। मैनू दातिया मनुख बड़े चंगे लगते ने। ये जीव जंतु जो भी तू पैदा कर दिता है महाराज जी ये बहुत सारिया नालों ही सुंदर है, सोहना है। सिर्फ मनुख अपनी सुंदरता नूं ना वेखे। गुरमुख प्यारिओ रब ने पशु बड़े सुंदर बनाए ने। परमात्मा ने सप नूं बड़ी सुंदरता दिती है। पर महाराज जी दिमाग जे दिता है ना तो सिर्फ इस मनुख नूं दिता है, इस करके ये मनुख सुंदर है। महाराज जी हुण कहंदे ने अखीरली पंक्ति वे संतन परसन। इहदे विच महाराज जी ने कहा कहन लगे दातिया जदों मैं गुरु वाला बन गया, गुरु ने मेरे ते करती कृपा ते महाराज जी फिर मैनू सारा कुछ ही महान लगन लगा, भाव चंगा लगन लगा। फिर महाराज सच्चे पातशाह मैं जदों इस कुदरत नूं वेखिया ते ये वेखिया जेड़ा गुरु इत्थे बांह फड़ लैंदा वो गुरु साडा परलोक विच भी बांह फड़ लैंदा। जे दातिया ये अमृत साडे मुख दे विच पिया है ते ये साडा जेड़ी जबान है ना ये रसना बन गई है। रसना गुण गोपाल निध गायन। महाराज सच्चे पातशाह ने क्या रसना महान हो गई है। ते मेरे दाते ने क्या ये सारा कुछ मन मोहन वाला है। ते अखीर दे विच क्या सी कहन लगे संतन परसन। महाराज जी ये सारा कुछ गुरु तो प्राप्त होया। संतन दे अखरी अर्थ संत भी होंदे ने, कहन लगे संगत भी है गुरु भी है। महाराज जी सब कुछ मैनू साध संगत तो प्राप्त होया। जदों मैं गुरु दे चरनां नूं स्पर्श कीता ना ते गुरु ने मेरे सिर दे उत्ते हथ रख दिता है। ते हथ रख के की किया सी बलिहारी दर्शन। महाराज जी मैं तेरे तो बलिहार जन्म, मैं तेरे तो दातिया कुर्बान जन्म। महाराज सच्चे पातशाह तुसी बड़ी मेरे ते रहमत कीती है। महाराज जी मैनू ये एक नवा जीवन दिता होया। एक भाई बहलोल होए ने गुरमुख प्यारिओ जिन्हां दे कोल धन पदार्थ बड़े सन, संसार दे उत्ते बड़ा मान सन्मान सी ते महाराज जी दे दर दे उत्ते आ गए। सेवा बड़ी कीती उन्होंने। सेवा करके गुरमुख प्यारिओ गुरु महाराज जी दी रहमत होई है। उन्हें पट्ठियां लाइया हुई सन। अजकल वड्डे वड्डे पट्ठियां दे उत्ते इट जिहड़ी पकाई जाती है उदों छोटियां छोटियां पट्ठियां लाइया जांदियां सन। इन्हां पट्ठियां दे उत्ते भाई बहलोल ने कहन लगे शहर सारे अमृतसर दा कूड़ा करकट इकट्ठा करना ते उन्हां पट्ठियां दे उत्ते पा के कहन लगे महाराज जी दी कृपा मेरे दाते ने जिस दिन दरबार साहब अमृतसर सरोवर दियां पौड़ियां पक्कियां कीतियां ना हुण ये इट्टां पानी विच लाउणियां सन। कहन लगे ये इट्टां नूं जदों पानी विच लाउण लगे ते खिंगर इट लगदी जिन्हों अब्बल कहिंदे। कहन लगे महाराज जी ने जदों इट नाल इट नूं खड़का के वेखिया आवाज़ आई। महाराज जी ने कहा इट्टां बड़ियां पक्कियां ने किन्ने सेवा कीती है। ते कहन लगे किसी ने कह दिता महाराज जी एक भाई बहलो है। महाराज सच्चे पातशाह ने क्या बुलाओ। भाई बहलो आ गया। कहन लगे दोवें हथ जुड़े ने ऐसी ते अपने हत्थां नूं मिट्टी नहीं ना लगन देंदे। भाई बहलो दे हत्थां दी उपरली चमड़ी जेड़ी सी ना कहन लगे सेवा करके सारी उपरली लह गई है। ते कहंदे ने सारे बस्तर मैले होए पे ने। दोवें हथ जोड़ के महाराज जी दे चरनां दे उत्ते अपना सिर रखिया। हुण वेखो गुरमुख प्यारिओ गुरु है ते महाराज जी ने भाई बहलो नूं लिबड़े होए नूं सारा मिट्टी नाल लिबड़िया होया चुक के मेरे दाते ने अपनी छाती नाल भाई बहलो नूं ला के एक बचन किया सी। कहन लगे भाई बहलो
तेरी सेवा परवान हुई है। ते महाराज जी ने वर दिता सी भाई बहिलो ते सारियां तो पहलो। ये वर गुरु अर्जन देव पातशाह महाराज जी ने दिता है। साहिब श्री गुरु ग्रंथ साहिब महाराज जी का पहला प्रकाश आप सरबत साध संगत ने मनाया। महाराज जी ने इको उपदेश दिता सी, कहन लगे आज्ञा भई अकाल की तभी चलायो पंथ, सब सिखन को हुक्म है गुरु मान्यो ग्रंथ। हुण गुरु ग्रंथ साहिब महाराज जी तो वड्डा जे असीं कहिए भी सानू कोई गुरु मिल जाए, गुरमुख प्यारिओ कित्थों मिलेगा। महाराज जी ने बख्शिश कीती सी, जेड़ा गुरु मेरे दाते नाल जुड़ेगा की होएगा, गुरु मान्यो ग्रंथ। महाराज सच्चे पातशाह ने कहा सी इनू गुरु मनी जे। आज्ञा भई अकाल की तभी चलायो पंथ, सब सिखन को हुक्म है गुरु मान्यो ग्रंथ। गुरु ग्रंथ जी मान्यो प्रगट गुरां की दे, जो प्रभु को मिल बोच है खोज शब्द में ले, राज करेगा खालसा आकी रहे ना कोई। महाराज जी ने कहा गुरमुखा जे अंदरों सोना हो गया ते जिंदगी दे विच कहन लगे राज करेगा। महाराज जी ने अखीर विच कहा संतन परसन बलिहारी दर्शन। महाराज जी उनके तो बलिहार जाना की होया, नानक सुख सुख सोहे ना। तेरी जिंदगी सुखा नाल भर जाएगी, तेरी जिंदगी कहन लगे शोभनीक हो जाएगी, सुंदर हो जाएगी जे गुरु दे दर दे उत्ते आ गए हो। महाराज जी ने क्या गुरु वाला बन के अपना जीवन बतीत करें जे, तेरा जीवन आनंद दे विच तब्दील हो जाएगा। साहिब श्री गुरु ग्रंथ साहिब महाराज जी कृपा करन, रहमत करे मेरा दाता सानू सारियां नू नाम दी दात गुरसिੱਖੀ जीवन महाराज जी बख्शिश करन। गुरु तेग बहादुर महाराज जी दे दर ते आए हो, तेग बहादुर सिमरिया कर नौ निद्यावें धाए, सब थाई होए सहाय। साहिब श्री गुरु ग्रंथ साहिब महाराज जी साडे सारियां दे सीस उत्ते मेहर भरिया हथ रखन। आप सरबत साध संगत जी धन साहिब श्री गुरु ग्रंथ साहिब महाराज सच्चे पातशाह, इस अस्थान दे भाई साहब जी सब दा बहुत बहुत धन्नवाद। ओइयां बेअंत भुलां दी खिमा करनी। फतेह आप जी जरूर बुलाओ, मेरे पातशाह नू अपना सीस झुका के आखो जी वाहिगुरु जी का खालसा वाहिगुरु जी की फतेह।